ਲੇਕਿਨ ਇਹ ਵੀਡੀਓ ਬਣਾਉਣ ਦਾ ਮਕਸਦ ਹਾਂ ਕੀ ਹੈ, ਉਹ ਮੇਰੇ ਦੋਸਤ ਜਿਹੜੇ ਮੈਨੂੰ ਬਾਹਰੋਂ ਵੇਖ ਰਹੇ ਨੇ, ਉਹਨਾਂ ਵਾਸਤੇ ਜਿਹੜੇ ਪੈਸੇ ਜਮ੍ਹਾਂ ਕਰਕੇ ਜਾਂ ਤਾਂ ਆਪਣੇ ਮਾਂ ਪਿਓ ਨੂੰ ਦਿੰਦੇ ਨੇ, ਉਹਨਾਂ ਕੋਲ ਜਮ੍ਹਾਂ ਕਰਦੇ ਜਾਂ ਉਹਨਾਂ ਉੱਥੇ ਸਾਈਡ 'ਤੇ ਰੱਖੇ ਹੁੰਦੇ ਨੇ, ਉੱਥੇ ਜਮ੍ਹਾਂ ਕਰਦੇ ਨੇ। ਮੈਂ ਵੀ ਕਰਦਾ ਰਿਹਾ, ਤੁਸੀਂ ਵੀ ਕਰਦੇ ਹੋ, ਸਾਰੇ ਕਰਦੇ ਨੇ। ਲੱਖ ਹੋ ਗਿਆ, 50 ਲੱਖ ਹੋ ਗਿਆ, ਕਰੋੜ ਹੋ ਗਿਆ, 1.5 ਹੋ ਗਿਆ, 2 ਹੋ ਗਿਆ, ਬਣ ਕੇ ਢੇਰ ਲੱਗ ਗਿਆ ਪੈਸਾ ਤੁਹਾਡੇ ਕੋਲ ਜੀ। ਬੋਰੀਆਂ ਭਰ ਕੇ, ਧੋੜੇ ਭਰ ਕੇ, ਠੀਕ ਹੋ ਗਿਆ। ਫਿਰ ਤੁਸੀਂ ਬਣਾਉਂਦੇ ਹੋ ਆ ਕੇ, ਬਿਲਡਿੰਗ ਵੀ ਬਣ ਗਈ, ਫਿਰ ਜਾਨਵਰ ਤਾਂ ਖਰੀਦਣੇ ਨੇ, ਇੰਨੇ ਪੈਸੇ। ਉਹ ਤਾਂ ਕਿ ਮੈਂ ਵੀ ਯਾਰ ਸਾਰੇ ਕਰਦਾ ਰਿਹਾ, ਉੱਥੇ ਬਹਿ ਕੇ ਰਾਤੀ ਨੀਂਦਰ ਨਾ ਪੈਣੀ, ਕਰੀ ਗਾਵਾਂ ਇੰਨੀਆਂ ਲਵਾਂਗੇ, ਮਹੀਆਂ ਇੰਨੀਆਂ ਲਵਾਂਗੇ, ਬਾਬਾ ਜੀ ਪੈਪ ਇੰਨੇ ਦੇ ਆਉਣੇ ਨੇ, ਸਾਰੇ ਕੈਲਕੂਲੇਸ਼ਨ ਕਰ ਕੇ ਬਾਬਾ ਜੀ ਅਸੀਂ ਆ ਜਾਂਦੇ ਹਾਂ। ਯਾਨੀ ਕਿ 2 ਕਰੋੜ ਰੁਪਇਆ ਖਰਚਾ ਹੋਣਾ। ਮੇਰੇ ਕੋਲ ਇਸ ਟਾਈਮ 2.5 ਕਰੋੜ ਜਾਂ 3 ਕਰੋੜ ਹੈ। ਭਾਜੀ ਫਾਰਮ ਪਾ ਗਿਆ, ਜਾਨਵਰ ਆ ਕੇ ਪਹਿਲੇ 6 ਮਹੀਨੇ ਤੇ ਬਾਬਾ ਜੀ ਹਲਾ ਮੱਚ ਗਿਆ, ਕੰਮ ਚੱਲ ਗਿਆ। ਫਿਰ ਜਦੋਂ ਤੁਹਾਡੇ ਬੰਦੇ ਨਸਣੇ ਨਾ, ਉਦੋਂ ਤੁਹਾਨੂੰ ਪੈ ਜਾਣਾ ਬਹੁਤ। ਫਿਰ ਪੈਣਗੇ ਉਹ ਕਹਿੰਦੇ ਨੇ ਸਲੈਰ, ਸਾਡੇ ਪਾਸੇ ਕਿ ਸਲੈਰ, ਉਹ ਕਹਿੰਦੇ ਨੇ ਬੱਖੀ ਵਿੱਚ ਭੀੜ ਹੋ ਗਈ, ਫਿਰ ਤੁਹਾਡੇ ਬੱਖੀ ਭੀੜ ਹੋਣੀ ਹੈ ਨਾ ਜੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ, ਅਸਲਾਮ ਵਾਲੇਕੁਮ। ਉਮੀਦ ਕਰਨਾ ਸਾਥੀਓ ਠੀਕ ਠਾਕ ਤੇ ਫਸਟ ਕਲਾਸ ਹੋ ਗਏ। ਭਾਈ ਜੀ ਅੱਜ ਫਾਰਮ ਤੇ ਸਭ ਤੋਂ ਮੁਸ਼ਕਿਲ ਕੰਮ ਕਿਹੜਾ ਵੇ, ਉਹ ਮੈਂ ਕਰਨ ਜਾ ਰਿਹਾ। ਤੁਹਾਨੂੰ ਵੀ ਦੱਸਣਾ ਵਾ ਕਿ ਯਾਰ ਕਿਹੜਾ ਕੰਮ ਹੈ ਜਿਹੜਾ ਬੜਾ ਮੁਸ਼ਕਿਲ ਹੈ, ਜਿਹਦੇ ਤੋਂ ਬੰਦੇ ਨਸ ਜਾਂਦੇ ਨੇ। ਉਹ ਕੰਮ ਜ਼ਰਾ ਘੱਟੇ ਮਿੱਟੀ ਵਾਲਾ, ਧੂੜ ਵਾਲਾ। ਪਹਿਲਾਂ ਇਹਦੀ ਸੁਣ ਲਓ, ਬਾਅਦ 'ਚ ਮੇਰੀ ਸੁਣ ਲਿਓ, ਠੀਕ ਹੋ ਗਿਆ ਜੀ। ਕੰਮ ਕਿਹੜਾ ਵੀ ਯਾਰ, ਝਰਨਾ ਫੜੀਏ ਤੇ ਜਾ ਕੇ ਚੱਲੀਏ ਗੋਦਾਮ ਤੂੜੀ ਵਾਲਾ। ਇਸੇ ਕੰਮ ਤੋਂ ਮੈਂ ਨੱਸ ਕੇ ਬਾਹਰ ਗਿਆ ਹਾਂ, ਬਾਹਰੋਂ ਵਾਪਸ ਆਇਆ, ਉਹੋ ਹੀ ਝਰਨਾ ਫਿਰ ਫੜਨਾ ਪਿਆ ਭਾਜੀ। ਫਿਰ ਗੋਦਾਮ ਤੂੜੀ, ਉਦੋਂ ਤੂੜੀਆਂ ਪਾਈ ਦੀਆਂ ਹਨ ਗੋਦਾਮ ਦੇ ਆਪਣੇ ਵਿੱਚ। ਗੋਦਾਮ ਛੋਟੇ ਹੁੰਦੇ, ਹੁਣ ਗੋਦਾਮ ਵੱਡਾ ਤੇ ਭਾਈ ਜਾ ਕੇ ਤੂੜੀ ਕੱਢ ਲਿਆਈਏ ਤੇ ਪਾਈਏ ਜਾਨਵਰ ਆਪਣਿਆਂ ਨੂੰ। ਸਭ ਤੋਂ ਔਖਾ ਕੰਮ ਭਾਈ ਜੀ ਇਹੋ ਜਿਹਾ ਤੂੜੀ ਵਾਲਾ। ਅੱਲਾ ਦੀ ਕਰਨਾ ਘਟਾ ਇੰਨਾ ਕੁ ਪੈਂਦਾ ਜਿੰਨਾ ਕੋਈ ਹਿਸਾਬ ਨਹੀਂ। ਬੰਦਾ ਨਹਾਤਾ ਧੋਤਾ ਹੋ ਜਾਣਾ, ਤੂੜੀ ਕੱਢਣੀ ਤੇ ਫਿਰ ਦੁਬਾਰਾ ਫਿਰ ਨਹਾਓ। ਤੇ ਤੂੜੀ ਮਾਸ਼ਾ ਮੇਰੇ ਕੋਲ ਆਵੇ ਤੇ ਉਹ ਡਰਨਾ ਮੈਂ ਇਸ ਅੰਦਰ ਆਉਣ ਤੋਂ, ਇਹ ਤੂੜੀ ਕੋਲ ਆ। ਤੇ ਕੱਲ ਐਦਾਂ ਪਿਆ, ਕੱਲ ਮੈਂ ਇੱਥੋਂ ਉੱਥੋਂ ਨਹੀਂ ਕੱਢੀ ਨਾ, ਇੱਧਰ ਬਾਅਦ ਨਾਲ ਤੂੜੀ ਦੇ ਆਹ ਪਾਉਣਾ। ਮੈਂ ਕਿਹਾ ਬਾਰਿਸ਼ ਕੋਈ ਪਹਿਲਾਂ ਸਿੱਲ ਉੱਧਰ ਹੋ ਜਾਂਦੀ ਹੈ ਤੇ ਉਹ ਡਿੱਗੀ ਸਾਰੀ ਉੱਤੇ ਮੇਰੇ ਤੂੜੀ ਦੱਬ ਕੇ ਤਾਂ ਤੂੜੀ ਥੱਲੇ ਦੱਬ ਕੇ ਤਾਂ ਕੱਲ ਬਾਬਾ। ਲੇਕਿਨ ਹੁਣ ਮੈਂ ਦਾਲ ਹੀ ਖਾਣ ਲੱਗਾ। ਅੱਜ ਤੂੜੀ 3 ਮਗਰੇ ਖੜਨੇ ਨੇ। ਉਹਦੀ ਵਜ੍ਹਾ ਤਾਂ ਯਾਰ ਪੱਠਾ ਬੜਾ ਪਿਆ ਹੈ ਨਾ ਤੂੜੀ। ਉਹ ਤਾਂ ਭਾਈ 43 ਟਰਾਲੀਆਂ, 44 ਬਣਾਈ ਸੀ ਤੇ ਮੋਜਾਂ ਲੱਗੀਆਂ ਨਹੀਂ, ਲੋਕਾਂ ਦੇ ਮੁੱਖ ਮੱਗ ਗਈ ਸੀਗਾ। ਪੱਠਾ ਹੈ ਵੀ ਸ਼ਾਰਟ ਹੈ ਨਾ ਇਤਨਾ ਪੱਠਾ ਸ਼ਾਰਟ ਹੈ, ਭੁੰਗਾਂ ਬੜੀਆਂ ਪਈਆਂ ਤੇ ਪੱਠੇ ਵਧੇ ਬੁੱਧੇ ਕੋਈ ਨਹੀਂ ਏਡੇ। ਤੇ ਤੂੜੀਆਂ ਜਿਹਦੇ ਘਰ ਹੋਏ ਨਾ, ਤੂੜੀ ਮਗਰ ਵੱਧ ਪਾ ਲੈਂਦਾ, ਫਿਰ ਉਹਦਾ ਕੰਮ ਚੱਲ ਜਾਂਦਾ। ਲਓ ਹਸਤਾ ਜੀ ਮਗਰ ਇੱਕ ਗੱਲ ਪਾਉਣ ਪੈ ਗਈ ਹੈ ਬਹੁਤੀ। ਪਤਾ ਲੱਗ ਜਾਂਦਾ ਆਪੇ, ਫਿਰ ਹੁਣ ਕੱਢਣ ਲੱਗ ਪਿਆ ਭਾਜੀ ਬਹੁਤੀ ਪੈ ਗਈ ਹੈ। ਅੱਗੇ ਬਾਹਰ ਦੀ ਪੀੜ ਮੈਂ ਇੱਥੇ ਕੱਢੀ ਸੀ, ਵੱਡੇ ਮਗਰੇ ਤੇ। ਵੱਡੇ ਮਗਰ ਨਹੀਂ। ਚਾਪਰ ਵਾਲੀ ਤੂੜੀ ਦੇ ਵਿੱਚ ਤਾਂ ਮਿੱਟੀ ਘਟਾ ਦਾ ਖੀਰ ਹੀ ਹੁੰਦਾ। ਇਹ ਸਤਾਜ ਮਗਰਾ ਜਾਣਾ ਔਖਾ ਹੀ। ਚੱਲ ਬੁੱਢਿਆ ਐ ਪੈ ਗਿਆ ਮਗਰ ਕੰਨ ਦੇ ਵਿੱਚ। ਹਾਂ ਬਾਜਵਾ ਆ ਗਿਆ ਦੂਜੇ ਮਗਰੇ ਤੇ, ਆ ਗਿਆ ਬਾਬਾ ਜੀ, ਆ ਗਿਆ। ਅੱਪੜ ਗਿਆ ਸੀ। ਬੜਾ ਔਖਾ ਆਪਣੇ ਹਮਾਨਾ। ਉਹ ਇਹ ਹੱਥ ਦੇ ਪਾਸੇ ਕੰਨੀਆਂ ਇੰਨੀਆਂ ਨੇੜੀਆਂ ਹਨ। ਮੈਂ ਹੋ ਚੁੱਕੀਆਂ ਹੁਣ ਡਿੱਗਾ। ਛੁੱਟ ਜਾਂਦੀ ਤੇ ਫੇਰ ਸੜ ਲੈਣੀ। ਉਹ ਨਹੀਂ ਫਿਰ ਸਾਰੀ ਲੈ ਜਾਂਦੀ ਹੋਣੀ ਸੀ। ਜਿੱਧਰ ਤੋਂ ਮੈਂ ਮਗਰਾ ਸਿੱਧਾ ਜਾ ਢੋਕੀ ਅੱਗੇ। ਬਾਹਰੋਂ ਆਏਗਾ ਨਾ ਬੰਦਾ, ਪਹਿਲਾਂ ਉੱਥੇ ਪ੍ਰੋਗਰਾਮ ਫਿੱਟ ਕਰਦਾ ਹੈ। ਜੋ ਬਾਹਰ ਹੁੰਦਾ ਬੰਦਾ, ਪਾਕਿਸਤਾਨ ਜਾਣਾ, ਪਾਕਿਸਤਾਨ ਜਾ ਕੇ ਤੇ ਫਾਰਮ ਪਾਣਾ। ਅੱਛਾ, ਬਸਾਇਆ ਜਿੰਨੇ ਕੁ ਬੰਦੇ ਤੋਂ ਹੋਣਾ ਪੈਸਾ ਜਿੰਨਾ ਕੋਈ ਉਸ ਹਿਸਾਬ ਨਾਲ ਬੰਦਾ ਕਰਦਾ। ਮੈਂ ਜਾ ਕੇ 10 ਡੰਗਰ 20 ਡੰਗਰ ਮੈਂ ਸ਼ਹਿਦ ਇੰਨਾ ਬਣਾਵਾਂਗਾ। ਤੂੜੀ ਦਾ ਗੋਦਾਮ ਇਸ ਤਰ੍ਹਾਂ ਦਾ ਹੋਏਗਾ। ਮਰਦਾ ਕਿੱਥੇ ਆ ਗਿਆ ਮਰਦਾ ਜਦੋਂ ਦੱਸਦਾ ਬੰਦਾ ਤੂੜੀ ਪਾਣੀ ਪੈਂਦੀ ਹੈ। ਉਹ ਮੈਂ ਗਿਆ ਹਾਂ ਬਾਹਰ ਪੜ੍ਹਨਾ, ਸੈਕੰਡ ਈਅਰ ਚ ਮਰੇ ਕਾਲਜ। ਉਹ ਬਾਬਾ ਜੀ ਸ਼ੌਂਕ ਪੈ ਗਿਆ ਬਾਹਰ ਦਾ। ਉਸਤਾਦ ਜੀ ਆਖਿਆ ਨਹੀਂ ਪੜ੍ਹਨਾ, ਘਰ ਦੇ ਇਹ ਜੋ ਕਣਕ 9-10 ਕਿਲੋ ਕੁਤਰੀ ਨਹੀਂ ਲੱਗਦੀ, ਉਹ ਤੂੜੀ ਸਾਰੀ ਪੜ੍ਹਿਆ ਆਪਣੇ ਢਾਰੇ 'ਚ। ਉਹ ਢਾਰੇ ਲੰਮੇ ਨਿੱਕੇ ਨਿੱਕੇ ਹੁੰਦੇ ਹਨ, ਪੰਡ ਉੱਤੇ ਬੜੀ ਔਖੀ ਚੜ੍ਹਦੀ ਸੀ। ਉਹਦੇ ਕੋਲ ਮੈਂ ਡਰ ਕੇ ਬਾਬਾ ਨੱਸਿਆ ਬਾਹਰ, ਉੱਥੇ ਸਾਹ ਘੁੱਟ ਕਰਦਾ ਸੀ। ਵਾਪਸ ਆ ਕੇ ਫਿਰ ਤੂੜੀ ਤੇ ਹੀ ਫਸ ਗਿਆ। ਜਿਹੜੀ ਪੰਡ ਛੱਡੀ ਆ ਕੇ ਉਹ ਖੋਲਣੀ ਪਈ ਹੈ। ਕੋਈ ਗੱਲ ਨਹੀਂ ਯਾਰ, ਬੰਦਾ ਇਨਸ਼ਾਅੱਲਾ ਆਈਏਗਾ। ਤੇ ਇਹ ਕੋਲ ਇੱਕ ਮਿੰਟ ਘਟਾ ਬੜਾ ਨਾ ਭਰਾ ਭਾਈ ਜੀ, ਸੂਟ ਸਾਟ ਪਾ ਕੇ, ਜੁੱਤੀ ਚੰਗੀ ਪਾ ਕੇ, ਮੋਟਰਸਾਈਕਲ ਥੱਲੇ ਟੰਗਰ ਰੱਖ ਕੇ ਤੇ ਫਿਰ ਅਗਰ ਟੋਪੀ ਦੇ ਉੱਤੇ ਅੰਗ ਰੱਖਣੀ। ਫਿਰ ਉਹਨਾਂ ਜੇ ਤੇ ਕਰਨਾ ਪੈਂਦਾ, ਭੁੱਖੇ ਮਾਰ ਡੰਗਰ। ਟਾਈਮ ਦੀ ਗੱਲ ਹੈ ਨਾ।
ਇੱਥੇ ਬੰਦਾ ਫਸਦਾ ਉਦੋਂ ਹੀ ਆ ਜਦੋਂ ਮੁਲਾਜ਼ਮ ਨੱਸ ਜਾਂਦਾ ਹੈ। ਹੋਇਆ ਫਿਰ ਕੰਮ ਖਰਾਬ ਹੁੰਦਾ ਤੇ ਚੱਲ ਬੇਟਾ ਵੱਡਾ ਪਾ ਲਈ ਮਗਰ ਮਗਰ ਤਰੇ ਵੱਡੇ ਖੰਡੇ ਨੇ ਤਦ ਪੂਰੀ ਹੁੰਦੀ ਚਾਰ ਨਾ ਖੰਡੇ ਇੱਕ ਰਹਿ ਗਿਆ ਮਗਰ। ਸਾਰਿਆਂ ਕੰਮਾਂ 'ਚ ਔਖਾ ਕੰਮ ਹੀ ਹੈ ਇਹ। ਸਭ ਤੋਂ ਖਤਮ ਇਹੋ ਹੀ ਹੈ। ਚਲੋ ਪੱਠੇ ਤੋਂ ਬੰਦਾ ਵੜਦਾ ਪਿਆ ਚੁੱਕ ਲਿਆਉਣੇ ਨੇ ਖੈਰ ਇਹ ਘੱਟਾ ਪੈਂਦਾ ਬੜਾ ਇਹ ਕੱਲ ਵਾਸਤੇ ਬੰਦੋਬਸਤ ਹੋ ਰਿਹਾ ਅੱਜ ਨਹੀਂ ਪਾਣੇ ਕੱਲ ਹੀ ਕੱਢ ਦੇ। ਐਡਵਾਂਸ ਪਾਈਟਾ ਦੀ ਬੰਦਾ ਇੱਕ ਆਇਆ ਯਾਰ ਮੇਰਾ ਪਰ ਤੂੜੀ ਵੇਖ ਕੇ ਕਾਸ਼ ਪੈ ਗਿਆ ਉਹਦਾ ਭਾਣ ਵੀ ਤਾਂ ਉਹ ਤੇਰੇ ਕੋਲ ਤਾਂ 600-700 ਮਣ ਤੂੜੀ ਹੈ ਮੈਂ ਕਿਹਾ ਯਾਰ ਹੈ ਪੈਲੀ ਤੇ ਜਿਹੜੀ ਹੁੰਦੀ ਸਾਰੀ ਬਨਾਹੜੀ ਦੀ ਹੈ ਤੇ ਕਹਿੰਦਾ ਮੈਂ 10 ਲੱਖ ਦੀ ਤੂੜੀ ਲਈ ਸੀ ਉਦੋਂ ਤੇ ਮੁੱਕ ਗਈ ਆ ਮੈਂ ਕਿਹਾ ਇਹ 2 ਲੱਖ ਰੁਪਏ ਲਾਣੇ ਆ ਤੇ ਤੂੜੀ ਹੋਈ ਨਹੀਂ ਪਾਉਣਾ ਉਹ ਮੁੱਲ ਲੈਂਦਾ ਨਾ ਟਰਾਲੀਆਂ ਵਾਲਿਆਂ ਕੋਲੋਂ। ਟਰਾਲੀ ਜਾਣੇ ਕੋਲ ਨਹੀਂ ਸਾਨੂੰ ਕਹਿੰਦਾ ਸਾਰੀ ਤੂੜੀ ਮੁੱਕ ਗਈ ਤੇ ਹੁਣ ਮੈਂ ਕੀ ਕਰਾਂ ਲੈ ਬਾਬਾ ਆ ਵੀ ਫਿਰ ਗਏ ਐਂਡ ਵੱਡੇ ਕਰਦੇ ਨਾ ਮੈਂ ਚਾਰ ਨਹੀਂ ਖੜਦੇ ਤਰੇ ਖੜਨੇ ਆ ਉਹ ਕੰਬੋ ਰੱਖਿਆ ਸੀ ਉਹ 6-7 ਮਹੀਨੇ ਖੜਦਾ ਸੀ ਉਹ ਨਿੱਕੇ ਪਾਈ ਉਹਨੇ ਵਿਚਾਰੇ ਦੀ ਜਿੰਨੀ ਕੁ ਸਿਹਤ ਸੀ ਉਹਨੇ ਉਹਨਾਂ ਕੀ ਚੱਕਣਾ ਸੀ ਨਾ। ਬਾਬਾ ਜੀ ਇਹ ਧੋਣ ਨਹੀਂ ਜਾਣਾ ਇੱਥੇ ਹੀ ਸੈਟਮੈਂਟ ਕਰ ਲਿਆ ਹੁਣ। ਕਿੰਨਾ ਤੇਰੀ ਸ਼ਰਤ ਚੱਲਦਾ ਬੁੜਿਆ ਠੀਕ ਹੈ ਭਾਜੀ ਆਖਰੀ ਫਿਰ ਅੱਜ ਦੋਸਤ ਆ ਜੀ ਤੂੜੀ ਛੁੜੀ ਆ ਗਈ ਸਭ ਤੋਂ ਔਖਾ ਕੰਮ ਹੈ ਤੂੜੀ ਵਾਲਾ ਹੀ ਹੈ। ਤੂੜੀ ਆ ਗਈ ਹੈ ਟੋਕੇ ਦੇ ਅੱਗੇ ਪਿੱਛੇ ਕੱਲ ਦੇ ਬੰਦੇ ਥੋੜੇ ਜਿਹੇ ਪੱਠੇ ਨੇ ਉਹ ਕੁੱਤਾ ਸੁੱਟਣਾ ਉੱਤੇ ਉਸ ਤੋਂ ਬਾਅਦ ਜਾਣਾ ਜੁੱਤੀ ਦੇ ਮਗਰ ਤੇ ਭਾਈ ਜੀ ਰੇੜਾ ਲਿਆਉਣਾ ਕੱਲ ਵਾਸਤੇ ਅੱਜ ਵਾਸਤੇ ਬਹੁਤ ਮਾਲ ਪਿਆ ਕਰ ਸਕਦੇ ਹੋ। ਤੂੜੀ ਵਗੈਰਾ ਨਿਕਲ ਗਈ ਇਹ ਰੋਜ਼ ਦਾ ਕੰਮ ਹੈ ਰੋਜ਼ ਮਗਰ ਇੱਥੋਂ ਪਾਈ ਦੇ ਨੇ ਪਰ ਸੁੱਟੀ ਦੇ ਨੇ ਟੋਕੇ ਅੱਗੇ ਪੱਠੇ ਰੋਲ ਲਿਆਈ ਦੇ ਨੇ ਪੱਠੇ ਰੋਲ ਪਾਈ ਸਾਰੇ ਕੰਮ ਹੁੰਦੇ ਨੇ ਲੇਕਿਨ ਇਹ ਵੀਡੀਓ ਬਣਾਉਣ ਦਾ ਮਕਸਦ ਹਾਂ ਕੀ ਹੈ ਉਹ ਮੇਰੇ ਦੋਸਤ ਜਿਹੜੇ ਮੈਨੂੰ ਬਾਹਰੋਂ ਵੇਖ ਰਹੇ ਨੇ ਉਹਨਾਂ ਵਾਸਤੇ ਜਿਹੜੇ ਪੈਸੇ ਜਮ੍ਹਾਂ ਕਰਕੇ ਜਾਂ ਤਾਂ ਆਪਣੇ ਮਾਂ ਪਿਓ ਨੂੰ ਦਿੰਦੇ ਨੇ ਉਹਨਾਂ ਕੋਲ ਜਮ੍ਹਾਂ ਕਰਦੇ ਜਾਂ ਉਹਨਾਂ ਉੱਥੇ ਸਾਈਡ 'ਤੇ ਰੱਖੇ ਹੁੰਦੇ ਨੇ ਉੱਥੇ ਜਮ੍ਹਾਂ ਕਰਦੇ ਨੇ ਮੈਂ ਵੀ ਕਰਦਾ ਰਿਹਾ ਤੁਸੀਂ ਵੀ ਕਰਦੇ ਹੋ ਸਾਰੇ ਕਰਦੇ ਨੇ ਲੱਖ ਹੋ ਗਿਆ 50 ਲੱਖ ਹੋ ਗਿਆ ਕਰੋੜ ਹੋ ਗਿਆ 1.5 ਹੋ ਗਿਆ 2 ਹੋ ਗਿਆ ਜਿਹੜਾ ਬੰਦਾ ਜਿਸ ਤਰ੍ਹਾਂ ਜਿਹੜੇ ਮੁਲਕ 'ਚ ਰਹਿ ਰਿਹਾ ਨਾ ਕੋਈ ਮੁਲਕ 10 ਲੱਖ ਤਨਖਾਹ ਦੇ ਰਿਹਾ ਕੋਈ 5 ਦੇ ਰਿਹਾ ਉਸ ਹਿਸਾਬ ਨਾਲ ਉਹਨਾਂ ਐਵਰੇਜ ਬਣਾਉਣੀ ਹੁੰਦੀ ਪਰ ਸਾਡੇ ਕੋਲ ਜੀ ਸਾਲ 'ਚ ਇੰਨੇ ਕਰੋੜ ਬਣਨੇ ਨੇ 2 ਸਾਲ 'ਚ ਇੰਨੇ ਬਣਨੇ ਪੈਸੇ ਬਣ ਕੇ ਢੇਰ ਲੱਗ ਗਿਆ ਪੈਸਾ ਤੁਹਾਡੇ ਕੋਲ ਜੀ ਬੋਰੀਆਂ ਭਰ ਕੇ ਧੋੜੇ ਭਰ ਕੇ ਠੀਕ ਹੋ ਗਿਆ ਫਿਰ ਅੱਗੇ ਆ ਗਿਆ ਜੀ ਤੁਸੀਂ ਕਹਿੰਦੇ ਜੀ ਬਿਲਡਿੰਗ ਬਣੀ ਹੈ ਬਿਲਡਿੰਗ ਬਣਾਉਣੀ ਸੌਰੀ ਬਿਲਡਿੰਗ ਤੁਸੀਂ ਬਣਾਉਂਦੇ ਹੋ ਆ ਕੇ ਬਿਲਡਿੰਗ ਵੀ ਬਣ ਗਈ ਫਿਰ ਜਾਨਵਰ ਤੁਸੀਂ ਖਰੀਦਣੇ ਨੇ ਇੰਨੇ ਪੈਸੇ ਉਹ ਦਹਾਂ ਕਿ ਮੈਂ ਵੀ ਯਾਰ ਸਾਰੇ ਕਰਦਾ ਰਿਹਾ ਉੱਥੇ ਬਹਿ ਕੇ ਰਾਤੀ ਨੀਂਦਰ ਨਾ ਪੈਣੀ ਕਰੀ ਗਾਵਾਂ ਇੰਨੀਆਂ ਲਵਾਂਗੇ ਮਹੀਆਂ ਇੰਨੀਆਂ ਲਵਾਂਗੇ ਬਾਬਾ ਜੀ ਪੈਪ ਇੰਨੇ ਦੇ ਆਉਣੇ ਨੇ ਸਾਰੇ ਕੈਲਕੂਲੇਸ਼ਨ ਕਰ ਕੇ ਬਾਬਾ ਜੀ ਅਸੀਂ ਆ ਜਾਂਦੇ ਹਾਂ ਯਾਨੀ ਕਿ 2 ਕਰੋੜ ਰੁਪਇਆ ਖਰਚਾ ਹੋਣਾ ਮੇਰੇ ਕੋਲ ਇਸ ਟਾਈਮ 2.5 ਕਰੋੜ ਜਾਂ 3 ਕਰੋੜ ਮੂੰਹ ਚੁੱਕ ਕੇ ਹੀ ਆ ਜਾਂਦੇ ਹਾਂ ਭਾਈ ਜੀ ਫਾਰਮ ਪਾ ਗਿਆ ਜਾਨਵਰ ਆ ਗਏ ਪਹਿਲੇ 6 ਮਹੀਨੇ ਤੇ ਬਾਬਾ ਜੀ ਹਲਾ ਮੱਚ ਗਿਆ ਕੰਮ ਚੱਲ ਗਿਆ ਫਿਰ ਜਦੋਂ ਤੁਹਾਡੇ ਬੰਦੇ ਨੱਸਣੇ ਨਾ ਉਦੋਂ ਤੁਹਾਨੂੰ ਪੈ ਜਾਣਾ ਬਹੁਤ ਫਿਰ ਪੈਣੀ ਹੈ ਉਹ ਕਹਿੰਦੇ ਨੇ ਸਲੈਰ ਸਾਡੇ ਪਾਸੇ ਅੱਗੇ ਸਲੈਰ ਉਹ ਕਹਿੰਦੇ ਨੇ ਬੱਖੀ ਵਿੱਚ ਭੀੜ ਹੋ ਗਈ ਫਿਰ ਤੁਹਾਡੇ ਬੱਖੀ ਭੀੜ ਹੋਣੀ ਹੈ ਨਾ ਉਹ ਉਸਤਾਦ ਜੀ ਜ਼ੇਨ ਇਹ ਬਣਾਉਣਾ ਵੇ ਤੁਸਾਂ ਜਿਹੜੇ ਆਊਟਸਾਈਡ ਤੇ ਰਹਿੰਦੇ ਨੇ ਬਾਹਰ ਰਹਿੰਦੇ ਨੇ ਮੁਲਕੋਂ ਸਾਡੇ ਪਾਸੇ ਬਾਹਰ ਨੇ ਉਹ ਜਾ ਕੇ ਫਾਰਮ ਪਾਉਂਦੇ ਨੇ ਹੋਰ ਇੱਥੇ ਮਾੜੇ ਲੋਕ ਨੇ ਇੱਥੇ ਕਿੰਨੇ ਫਾਰਮ ਪਾਉਣਾ ਜਾ ਕੇ ਇੱਥੇ ਕੋਈ 1-2 ਜਾਨਵਰ ਖਰੀਦ ਨਹੀਂ ਸਕਦਾ ਤੇ ਫਾਰਮ ਪਾਉਣ ਤੋਂ ਬਾਅਦ ਕੰਮ ਤੁਹਾਂ ਖੁਦ ਕਰਨਾ ਹੈ ਇਹ ਤੁਹਾਡੇ ਜ਼ੇਨ ਵਿੱਚ ਮਾਈਂਡ ਵਿੱਚ ਕੰਨ ਖੋਲ ਕੇ ਰੂੰ ਛੂ ਕੱਢ ਕੇ ਵਿੱਚੋਂ ਨਾ ਇਹ ਤੁਸੀਂ ਜ਼ੇਨ ਬਿਠਾ ਲੈਣਾ ਮੇਰੀ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੋ ਹੀ ਹੈ ਮੈਂ ਪੱਠੇ ਪਾ ਰਿਹਾ ਵਾਂ ਖੁਦ ਪਾ ਰਿਹਾ ਵਾਂ ਤੂੜੀ ਕਰਨਾ ਉਹ ਸਾਰਾ ਕੰਮ ਮੈਂ ਟੋਟਲ ਕਰਨਾ ਵਾ ਬੜਾ ਕਰਾਂਗਾ ਯਾਰ ਗੋਬਰ ਵਗੈਰਾ ਉਹ ਕੋਈ ਬੰਦਾ ਨਸ਼ੇਜਾ ਲਾ ਕੇ ਉਹਨੂੰ 500,000 ਦੇ ਕੇ ਉਹ ਕਢਾ ਲਿਆ ਟਕ ਨਿਕਲ ਗਿਆ ਬੜਾ ਕਰਾਂਗਾ ਪੱਠੇ ਬਾਹਰ ਇੱਕ ਬੰਦਾ ਵੜਦਾ ਪਿਆ ਨਸ਼ੇਈ ਉਹਨੂੰ ਕੋਈ ਪੈਸੇ ਦਿੱਤੇ ਉਹਨੂੰ ਕੋਈ ਵਢਾ ਵਢੂ ਲਏ 1 ਦਿਨ ਵੱਡੇਗਾ 2 ਦਿਨ 4 ਦਿਨ ਜਿੱਦਣ ਨਹੀਂ ਵੱਡੇਗਾ ਪੈ ਮੁਸੀਬਤ ਗਈ ਤੇ ਇਸ ਵਾਸਤੇ ਯਾਰ ਉੱਥੋਂ ਜ਼ੀਨ ਬਣਾ ਕੇ ਤੁਸੀਂ ਇਹ ਆਉਣਾ ਬਾਬਾ ਜੀ ਕੰਮ ਖੁਦ ਕਰਨਾ ਪੈਣਾ ਜੇ ਜਿਵੇਂ ਮੈਂ ਕਰਨਾ ਪਿਆ ਤੇ ਵੀਡੀਓ ਬਣਾਉਣ ਦਾ ਵੀ ਮਕਸਦ ਇਹੋ ਹੀ ਹੈ ਯਾਰ ਜਿਹੜੇ ਦੋਸਤ ਬਾਹਰ ਨੇ ਵਿਚਾਰੇ ਉਹ ਤੇ ਆ ਕੇ ਨਾ ਰੁਲ ਜਾਣ ਇਹ ਜਿਹੜੇ ਸਾਡੇ ਪਾਕਿਸਤਾਨੀ ਨਾ ਇਹ ਕਿਸੇ ਦੇ ਵਫਾਦਾਰ ਨਹੀਂ ਇੱਥੋਂ ਦੁਬਈ ਤੁਰ ਜਾਣਗੇ ਨਾ ਇਹ ਬਾਬਾ ਜੀ ਉਹਨਾਂ ਦੇ ਗੋਡੇ ਗਿੱਟੇ ਸਭ ਕੁਝ ਘੁੱਟਣਗੇ ਤੇ ਜਦੋਂ ਆਪਣੇ ਮੁਲਕ 'ਚ ਹੋਣਗੇ ਆਪਣੇ ਮੁਲਕਾਂ ਦਾ ਕੰਮ ਕਰਨਗੇ ਨਾ ਇਹ ਦਾਲਣਗੇ ਕੰਮ ਨਹੀਂ ਕਰਨਗੇ ਅਕਸਰ ਵੇਖਿਆ ਕਈਆਂ ਫਾਰਮਾਂ ਤੇ ਕੋਈ ਦੁੱਧ ਚੋਰੀ ਕਰਦਾ ਪਿਆ ਕੋਈ ਪੈਪ ਚੋਰੀ ਵੇਚਦਾ ਪਿਆ ਕੋਈ ਕੁਛ ਕਰਦਾ ਪਿਆ ਜਿਵੇਂ ਮੇਰੇ ਨਾਲ ਸਦਾਮ ਗਿਆ 3.5 ਲੱਖ ਲੈ ਕੇ ਨੱਸ ਗਿਆ ਮੋਟਰਸਾਈਕਲ ਲੈ ਕੇ ਨੱਸ ਗਿਆ ਜੋ ਲੋਹਾ ਸ਼ੋਆ ਉਹ ਵੇਚ ਕੇ ਨੱਸ ਗਿਆ ਸਾਜ ਗੋਦਾਮ 'ਚੋਂ ਵਾਪਸ ਆਇਆ ਤੂੜੀ ਵਾਲੇ ਗੋਦਾਮ 'ਚ ਨਾ ਤੇ ਰਾਣਾ ਜੋਤੀ ਸਾਹਿਬ ਪੱਠੇ ਵੱਢ ਕੇ ਆ ਗਏ ਉਹਨਾਂ ਕਿਹਾ ਯਾਰ ਜਾ ਕੇ ਲੈ ਆ ਲਿਆਉਣੇ ਭਾਈ ਮੈਂ ਹੀ ਨਹੀਂ ਹੁਣ ਤੇ ਉਹਦੇ ਅੱਗੇ ਯਾਰ ਰਿਕੁਐਸਟ ਇੱਕ ਕਰੀ ਦੀ ਚਾਹ ਬਣਾਉਂਦੇ ਯਾਰ ਹੁਣ ਚਾਹ ਬਣਾਉਣ ਲੱਗਾ ਤੇ ਤੁਹਾਨੂੰ ਭਾਈ ਜੀ ਨਾਲ ਸ਼ੇਅਰ ਕਰਨੇ ਚਾਹ ਕਿਸ ਯਾਰ ਦੇਸੀ ਕੰਮ ਹੈ
ਇਹ ਪਤੀਲੀਆਂ ਪਤਾਲੀਆਂ ਚੁੱਲ੍ਹਾਂ ਪੁਰਾਣੀਆਂ ਦੇਸੀ ਨੇ, ਉਹ ਕੋਈ ਚੁੱਲ੍ਹੇ ਚੱਲੇ ਇੱਥੇ ਨੇ, ਕੋਈ ਗੈਸ ਗੂਸ ਨਹੀਂ। ਗੈਸ ਸਾਡਾ ਲੱਗਿਆ ਗੋਬਰ ਪਲਾਂਟ, ਲੇਕਿਨ ਯਾਰ ਬੰਦਾ ਨਾ ਹੋਣ ਦੀ ਵਜ੍ਹਾ ਨਾਲ ਨਾ ਅਸੀਂ ਉਹਦੇ ਵਿੱਚ ਨਾ ਕੋਈ ਪ੍ਰੋਪਰ ਗੋਬਰ ਨਹੀਂ ਇੰਸਟਾਲ ਕਰ ਸਕੇ, ਤੇ ਗੈਸ ਖਤਮ ਹੋਈ ਅੱਜ ਕੱਲ੍ਹ। ਤੇ ਨਾਲੇ ਕੱਲ੍ਹ ਜੋਤੀ ਵੈਸੇ ਉਹਦਾ ਵਾਲ ਖੁੱਲ੍ਹ ਗਿਆ ਸੀ, ਗੈਸ ਸਾਰੀ ਖਰਚ ਹੋ ਗਈ ਹੈ, ਤੇ ਉਹ ਹੁਣ ਨਵੇਂ ਸਿਰੇ ਫੇਰ ਬਣੇਗੀ, ਸ਼ਾਇਦ ਬਣ ਵੀ ਗਈ ਹੋਏ। ਤੇ ਹੁਣ ਅੱਗ ਬਾਲ ਕੇ ਚਾਹ ਤੇ ਤੁਹਾਨੂੰ ਬਹਾਰਨੇ ਜਨਾਬ ਜੋਤੀ ਚਾਹ ਕਿਸ ਤਰ੍ਹਾਂ ਬਣਾਉਂਦਾ, ਤੇ ਫਿਰ ਮਜ਼ਾ ਚਾਹ ਤੇ ਪੀਣ ਦਾ ਵਾਕਈ ਹੋਣਾ। ਐ ਨਾ ਸਾਰਾ ਦਿਨ ਸਿਰਫ ਕੰਮ ਕਰ ਦੇਣਾ ਤੇਰੀ ਚਾਹ ਦੇ ਸਿਰ ਤੇ। ਮੈਂ ਸਵੇਰੇ ਵੀ ਗੱਲ ਕਰਨ ਡਿਆ ਫੌਜੀ ਨਾਲ ਨਾ, ਮੈਂ ਕਿਹਾ ਯਾਰ ਚਾਹ ਉਹਦੀ ਪੀ ਲਈਦੀ ਇਹਨਾਂ ਤਾਂ ਦਿਨ ਸਾਰਾ ਸਕੂਨ ਲੰਘਦਾ, ਮੈਨੂੰ ਥਕੇਵਾਂ ਫਿਰ ਨਹੀਂ ਹੁੰਦਾ। ਨਹੀਂ ਚਾਹ ਤੇਰੀ ਚੰਗੀ ਹੁੰਦੀ ਯਾਰ। ਭਾਜੀ ਤੂੜੀ ਦਾ ਕੰਮ ਗਿਆ ਮੁੱਕ ਯਾਰ, ਕਰਾਂਗੇ ਤੇ ਹੋਏਗਾ, ਨਾ ਕਰਾਂਗੇ ਤੇ ਨਾ ਹੋਏਗਾ। ਬੰਦੇ ਨੱਸ ਜਾਂਦੇ ਨੇ ਤੇ ਲੇਕਿਨ ਤੁਸੀਂ ਤੇ ਨੱਸ ਸਕਦੇ, ਤੁਹਾਨੂੰ ਕਰਨਾ ਪਏਗਾ। ਤੇ ਤੂੜੀ ਦਾ ਕੰਮ ਭਾਈ ਜੀ ਜਿੰਨਾ ਮੁਸ਼ਕਲ ਸੀ, ਜੋ ਵੀ ਤੁਹਾਨੂੰ ਸਾਰਾ ਐਡ ਕੀਤਾ ਇਸ ਵੀਡੀਓ ਦੇ ਵਿੱਚ। ਅੱਗੇ ਮਗਰੇ ਮੈਂ 4 ਤੋਂ 5 ਲਿਆਉਣਾ, ਲੇਕਿਨ ਚਾਰਾ ਅੱਗੇ ਕਾਫੀ ਪਿਆ, ਅੱਜ 3 ਲਿਆਉਂਦੇ ਨੇ। ਅੱਜ ਥੋੜੀ ਛੂਟ ਮਿਲ ਗਈ ਹੈ 1-2 ਮਗਰੇ ਦੀ। ਤੇ ਠੀਕ ਹੈ ਭਾਈ ਜੀ, ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਇਹ ਕੰਮ ਕਰਨਾ ਪੈਂਦਾ ਜਦੋਂ ਬੰਦੇ ਨੱਸ ਜਾਣ। ਓਕੇ ਜਨਾਬ, ਖੁਦਾ ਹਾਫਿਜ਼।